ਸਤਨਾਮ ਵਾਹਿਗੁਰੂ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਪਛਾਣੈ। ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਗੁਣ, ਉਹਨਾਂ ਨੇ ਜੋ ਸਾਡੇ ਜੀਵਾਂ 'ਤੇ ਪਰਉਪਕਾਰ ਕੀਤੇ, ਸਾਡੇ ਜੀਵਾਂ ਵੱਲੋਂ ਜੋ ਸਤਿਗੁਰਾਂ ਨਾਲ ਵਿਵਹਾਰ ਕੀਤਾ ਗਿਆ, ਇਹ ਸਾਰਾ ਕੁਝ ਇਤਿਹਾਸ ਦੇ ਰੂਪ ਅੰਦਰ ਵਿਚਾਰਨਾ ਪ੍ਰਾਰੰਭ ਕੀਤਾ ਹੈ। ਆਓ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਇਹ ਪੂਰਾ ਸਾਲ, ਕਿਉਂਕਿ ਆਉਣ ਵਾਲੇ ਸਾਲ ਅੰਦਰ ਸਤਿਗੁਰਾਂ ਦਾ ਸ਼ਤਾਬਦੀ ਦੇ ਰੂਪ ਅੰਦਰ ਉਹ ਦਿਨ ਭਾਗਾਂ ਵਾਲਾ ਆ ਰਿਹਾ, ਚਾਹੁੰਦੇ ਹਾਂ ਉਸ ਤੋਂ ਪਹਿਲਾਂ ਆਪਾਂ ਸਤਿਗੁਰੂ ਨਾਲ ਜੁੜ ਕੇ ਆਪਣੇ ਭਾਗਾਂ ਨੂੰ ਹੋਰ ਉੱਚੇ ਬਣਾਈਏ। ਫਤਿਹ ਬੁਲਾਓ, ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਹਨ, ਜਿਸ ਦੇ ਅੰਦਰ ਉਹ ਸਤਿਗੁਰਾਂ ਦੇ ਸੁਭਾਅ ਬਾਰੇ ਬਚਨ ਕਰਦੇ ਨੇ। ਕਹਿੰਦੇ ਸਤਿਗੁਰਾਂ ਦਾ ਸੁਭਾਅ ਹੈ ਭਈ ਇੱਕ ਤਾਂ ਉਹ ਸਦਾ ਦਾਤਾਂ ਵੰਡਣ ਲਈ ਇਸ ਧਰਤੀ 'ਤੇ ਆਉਂਦੇ ਨੇ। ਸਤਿਗੁਰੂ ਨੇ ਜਗਤ ਤੋਂ ਲੈਣਾ ਕੁਛ ਨਹੀਂ, ਕੇਵਲ ਦੇਣਾ ਹੀ ਦੇਣਾ ਹੈ। ਦੂਸਰਾ, ਉਹਨਾਂ ਦਾ ਗੁਣ ਹੀ ਦਇਆਲ ਨੇ, ਉਹਨਾਂ ਦੇ ਅੰਦਰੋਂ ਸਦਾ ਦਇਆ ਹੀ ਦਇਆ ਨਿਕਲਦੀ, ਤਰਸ ਉਹ ਲੇਖੇ ਜੋਖੇ ਨਹੀਂ ਕਰਦੇ। ਜਿਵੇਂ ਦੁਨੀਆ ਦਾ ਹਰ ਆਦਮੀ ਦੁਨੀਆ ਦੇ ਨਾਲ ਹਿਸਾਬ ਕਿਤਾਬ ਬਣਾ ਕੇ ਫਿਰ ਵਰਤਦਾ, ਸਤਿਗੁਰੂ ਜੀ ਦੇ ਅੰਦਰ ਦਇਆ ਵੀ ਕਿਸੇ ਤਰੀਕੇ ਜੀਵ ਦਾ ਭਲਾ ਹੋ ਜਾਵੇ। ਜਾਣਦੇ ਨੇ ਅਸੀਂ ਜੀਵ ਅਣਜਾਣ ਹਾਂ, ਭਾਵੇਂ ਜੀਵਾਂ ਵੱਲੋਂ ਕਈ ਤਰ੍ਹਾਂ ਦੇ ਮਾੜੇ ਚੰਗੇ ਵਿਵਹਾਰ ਵੀ ਕੀਤੇ ਜਾਂਦੇ ਹਨ, ਪਰ ਸਤਿਗੁਰਾਂ ਦਾ ਸੁਭਾਅ ਨਹੀਂ ਬਦਲਦਾ। ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਖੋਏ। ਇਹ ਨਹੀਂ ਕਦੇ ਕਦੇ ਭਈ ਦਇਆ ਦੇ ਸੁਭਾਅ 'ਚ ਆ ਗਏ, ਕਦੇ ਗੁੱਸੇ 'ਚ ਆ ਗਏ, ਨਹੀਂ, ਕਹਿੰਦੇ ਸਦਾ ਹੀ ਸਤਿਗੁਰੂ ਦੇ ਅੰਦਰੋਂ ਦਇਆ ਹੀ ਦਇਆ ਨਿਕਲਦੀ। ਫਿਰ ਬਚਨ ਕਰਦੇ ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦਿਖ ਹੈ ਬ੍ਰਹਮ ਇੱਕ ਸੋਏ। ਸਤਿਗੁਰੂ ਜੀ ਦੇ ਅੰਦਰ ਕਿਸੇ ਨਾਲ ਕੋਈ ਵੈਰ ਨਹੀਂ। ਉਹਨਾਂ ਨੂੰ ਇਹ ਦਿਸਦਾ ਨਹੀਂ ਵੀ ਕਿਹੜਾ ਮਜ਼ਹਬ, ਕਿਹੜਾ ਧਰਮ, ਕੌਣ ਪਾਪੀ ਕੌਣ ਪੁੰਨੀ, ਸਭਨਾਂ ਨੂੰ ਇੱਕੋ ਜਿਹਾ ਪਿਆਰ ਕਰਦੇ, ਨਿਰਵੈਰ ਹਨ। ਉਹਨਾਂ ਦਾ ਕਿਸੇ ਨਾਲ ਵੈਰ ਨਹੀਂ, ਸਭਨਾਂ 'ਚ ਇੱਕੋ ਬ੍ਰਹਮ ਨੂੰ ਦੇਖਦੇ ਨੇ। ਭਈ ਸਾਰਿਆਂ ਵਿੱਚ ਜੋ ਅਕਾਲ ਪੁਰਖ ਵਰਤ ਰਿਹਾ ਹੈ ਤਾਂ ਉਸ ਨੂੰ ਦੇਖਦੇ, ਸਰੀਰਾਂ ਨੂੰ ਨਹੀਂ। ਸਰੀਰਾਂ ਦੇ ਅੰਦਰ ਜੋ ਵਰਤ ਰਹੀ ਜੋਤ ਉਸ ਨੂੰ ਵੇਖਦੇ। ਕਹਿੰਦੇ ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ, ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ। ਦੁਨੀਆ ਨੂੰ ਸਾਨੂੰ ਦੱਸਦੇ ਜੇ ਕੋਈ ਇਹੋ ਜਿਹੇ ਸਤਿਗੁਰੂ ਨਾਲ ਵੀ ਵੈਰ ਪਾਵੇ ਤੇ ਕਹਿੰਦੇ ਉਹ ਕਦੇ ਸ਼ਾਂਤ ਨਹੀਂ ਰਹੇਗਾ, ਕਦੇ ਟਿਕੇਗਾ ਨਹੀਂ, ਸਦਾ ਹੀ ਉਹ ਭਟਕਦਾ ਹੀ ਭਟਕਦਾ ਰਹੇਗਾ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਖੋਏ। ਸਤਿਗੁਰੂ ਜੀ ਆਏ ਭਲਾ ਕਰਨ, ਕਰ ਰਹੇ ਨਹੀਂ ਤੇ ਕਰਦੇ ਰਹਿਣਗੇ। ਉਹਨਾਂ ਦੇ ਕੋਲੋਂ ਤੇ ਕਿਸੇ ਦਾ ਬੁਰਾ ਖੋਣਾ ਹੀ ਨਹੀਂ,
ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਈ ਬੁਰਾ ਕਰ ਵੀ ਨਹੀਂ ਸਕਦਾ। ਜਿਸ ਨੇ ਵੀ ਕੋਈ ਸਤਿਗੁਰਾਂ ਨਾਲ ਵੈਰ ਕਮਾਇਆ ਉਹਨੇ ਆਪਣੇ ਨੁਕਸਾਨ ਕਰਾਇਆ ਹੈ। ਸਤਿਗੁਰੂ ਨਹੀਂ ਕੁਛ ਕਹਿੰਦੇ, ਪਰ ਸਾਡੇ ਕਰਮ ਬੀਜ ਬਣ ਜਾਂਦੇ ਨੇ। ਉਹ ਬੀਜ ਜਿਹੋ ਜਿਹਾ ਬੀਜਿਆ ਉਹੋ ਜਿਹਾ ਕੁਦਰਤ ਨੇ ਉਹਨੂੰ ਫਲ ਲਾਉਣਾ ਹੀ ਲਾਉਣਾ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਇੱਕ ਬਚਨ ਕਿਹਾ ਅਗਲਾ, ਕਹਿੰਦੇ ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਆ ਫਲ ਪਾਏ ਕੋਏ। ਸਤਿਗੁਰਾਂ ਨੂੰ ਜਿਹੋ ਜਿਹੀ ਕੋਈ ਇੱਛਾ ਲੈ ਕੇ ਉਹਨਾਂ ਦੇ ਘਰ ਆਉਂਦਾ, ਦਰ 'ਤੇ ਆਏਗਾ, ਸਤਿਗੁਰਾਂ ਨੇ ਉਸੇ ਤਰ੍ਹਾਂ ਦਾ ਉਹਦੀ ਝੋਲੀ ਫਲ ਪਾ ਦੇਣਾ। ਨਾਨਕ ਕਰਤਾ ਸਭ ਕੁਛ ਜਾਣਦਾ, ਜਿੱਦੂ ਕਿਛ ਗੁੱਜਾ ਨਾ ਖੋਏ। ਅਸੀਂ ਸਤਿਗੁਰਾਂ ਕੋਲੋਂ ਛਿਪਾ ਨਹੀਂ ਸਕਦੇ ਭਈ ਸਾਡੇ ਅੰਦਰ ਕੁਝ ਹੋਰ ਹੋਵੇ, ਜ਼ੁਬਾਨ ਤੋਂ ਕੁਝ ਹੋਰ ਕਹੀਏ ਅਤੇ ਆਖਾਂਗੇ ਭਈ ਸਤਿਗੁਰੂ ਜੀ ਨੂੰ ਕਿਹੜਾ ਪਤਾ ਨਹੀਂ। ਸਾਹਿਬ ਕਹਿੰਦੇ ਗੁਰੂ ਰਾਮਦਾਸ ਪਿਤਾ ਦਾ ਬਚਨ ਹੈ, ਸਤਿਗੁਰੂ ਜੀ ਲਈ ਜਿਹੋ ਜੀ ਅੰਦਰ ਭਾਵਨਾ ਬਣਾਵਾਂਗੇ ਉਸੇ ਤਰ੍ਹਾਂ ਦਾ ਫਲ ਮਿਲੇਗਾ, ਉਹਦੇ ਕੋਲੋਂ ਕੋਈ ਗੁੱਝੀ ਨਹੀਂ ਚੀਜ਼। ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਸਤਿਗੁਰਾਂ ਦੀ ਜੋਤ ਵਰਤਦੀ ਏ, ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ 'ਤੇ ਸਤਿਗੁਰੂ ਜੀ ਨੇ ਲੰਬਾ ਸਮਾਂ ਅਕਾਲ ਪੁਰਖ ਦੀ ਆਰਾਧਨਾ ਕੀਤੀ। ਉਸ ਆਰਾਧਨਾ ਤੋਂ ਬਾਅਦ ਜਦੋਂ ਪ੍ਰਗਟ ਹੋਏ ਨੇ, ਗੁਰੂ ਕੀਆਂ ਸਿੱਖ ਸੰਗਤਾਂ ਬੜੇ ਚਾਵਾਂ ਨਾਲ ਦਰਸ਼ਨ ਕਰਕੇ ਲਾਖੇ ਲੈ ਰਹੀਆਂ ਨੇ। ਪਰ ਹੁਣ ਗੁਰੂ ਦਾਤਾ ਜੀ ਬਾਬੇ ਬਕਾਲਾ ਸਾਹਿਬ ਨੂੰ ਛੱਡ ਕੇ ਜਗਤ ਜਲੰਦੇ ਦਾ ਉਧਾਰ ਕਰਨ ਲਈ ਇੱਥੋਂ ਤੁਰਦੇ ਨੇ। ਧੀਰ ਮਲ ਦਾ ਵਾਕਿਆ ਅਸੀਂ ਸੁਣ ਚੁੱਕੇ ਹਾਂ। ਈਰਖਾ ਕੀ ਕੁਝ ਕਰਵਾ ਦਿੰਦੀ, ਲਾਲਚ ਕਿਵੇਂ ਪੁਆੜੇ ਪਾਉਂਦਾ ਹੈ, ਪਾਖੰਡ ਨੂੰ ਕਿਵੇਂ ਇੱਕਦਮ ਛੇਤੀ ਨਾਲ ਦੁਨੀਆ ਦੇ ਸਾਹਮਣੇ ਆ ਕੇ ਦੁਨੀਆ ਦੀ ਭਾਵਨਾਵਾਂ ਦੇ ਕਤਲ ਕਰਨ ਦੀ ਚਾਹਨਾ ਬਣਦੀ ਹੈ। ਦੂਸਰੇ ਪਾਸੇ ਸਤਿਗੁਰੂ ਕਿਵੇਂ ਖਿਮਾ ਕਰਨ ਦਾ ਗੁਣ ਦੱਸਦੇ ਨੇ। ਜਦੋਂ ਹੁਣ ਸਤਿਗੁਰੂ ਜੀ ਤੁਰਦੇ ਨੇ ਨਾ ਇੱਥੋਂ ਬਾਬਾ ਬਕਾਲਾ ਸਾਹਿਬ ਤੋਂ ਸਠਿਆਲਾ ਅਤੇ ਕਾਲੇ ਕਿੱਕ ਪਿੰਡ ਏ, ਜਦੋਂ ਉੱਥੇ ਪਹੁੰਚਦੇ ਨੇ, ਘਰ ਘਰ ਜਾ ਕੇ ਦੇਖੋ ਮਿਹਰਾਂ ਕਰਨੀਆਂ ਨੇ। ਲੋਕਾਂ ਇੱਕ ਅਖਾਣ ਬਣਾਇਆ ਹੈ, ਕਦੇ ਖੂਹ ਚੱਲ ਕੇ ਨਹੀਂ ਹੁੰਦੇ ਪਿਆਸੇ ਕੋਲ, ਪਿਆਸਿਆਂ ਨੂੰ ਖੂਹ ਕੋਲ ਜਾਣਾ ਪੈਂਦਾ ਪਿਆਸ ਬੁਝਾਉਣ ਲਈ। ਇੱਥੇ ਉਲਟੀ ਰੀਤ ਏ, ਸਤਿਗੁਰੂ ਨੇ ਪਿਆਸ ਬੁਝਾਉਣੀ ਖੂਹ ਨੇ, ਆਪ ਪਿਆਸਿਆਂ ਦੇ ਕੋਲ ਚੱਲ ਕੇ ਜਾਂਦੇ ਨੇ। ਕੁਝ ਉਹ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਅੰਦਰ ਰੱਬ ਅਤੇ ਰੱਬ ਦੇ ਜੀਵਾਂ ਲਈ ਅੰਤਾਂ ਦਾ ਪਿਆਰ ਹੁੰਦਾ ਹੈ। ਕੁਝ ਉਹ ਨੇ ਜਿਹੜੀਆਂ ਨਫ਼ਰਤ ਨਾਲ ਭਰੀਆਂ ਹੁੰਦੀਆਂ, ਨਾ ਰੱਬ ਲਈ ਅਤੇ ਨਾ ਰੱਬ ਦੇ ਬੰਦਿਆਂ ਲਈ ਕੋਈ ਪਿਆਰ। ਕਾਲੇ ਕੇ ਗਏ ਸਤਿਗੁਰੂ ਜੀ ਦੇ ਸਾਹਮਣੇ ਇੱਕ ਬਹੁਤ ਪਿਆਰਾ ਜਿਹਾ ਕੌਤਕ ਵਰਤਿਆ। ਇੱਕ ਨਾਰੂ ਸੀ ਨਾਮ ਦਾ ਨੌਜਵਾਨ, ਉਹ ਚਿੜੀਆਂ ਉਡਾ ਰਿਹਾ ਸੀ, ਜਾਪਦਾ ਸੀ। ਜਦੋਂ ਫਸਲਾਂ ਨੂੰ ਬੂਰ ਪੈਂਦਾ ਅਤੇ ਉਹ ਵੇਖਦੇ ਅਕਸਰ ਪੰਛੀ ਵੀ ਆਪੋ ਆਪਣਾ ਚੋਗਾ ਚੁਗਣ ਆਉਂਦੇ। ਪੰਛੀਆਂ ਤੋਂ ਬਚਾਉਣ ਲਈ ਜ਼ਿਮੀਂਦਾਰ ਲੋਕ ਕਈ ਤਰ੍ਹਾਂ ਦਾ ਪ੍ਰਬੰਧ ਕਰਦੇ ਵੀ ਪੰਛੀ ਚੁਗਣ ਨਾ, ਉਜਾੜਾ ਨਾ ਪਾਉਣ। ਪਰ ਇੱਥੇ ਨਾਰੂ ਦਾ ਪਤਾ ਕੀਤਾ ਹੈ ਕੀ ਕਰ ਰਿਹਾ। ਕਣਕ ਸੀ, ਇਹ ਉਲਟਾ ਸੋ ਚਿੜੀਆਂ ਨੂੰ ਜਿਹੜੇ ਸਿੱਟੇ ਸਨ ਉਹ ਭੋਰ ਕੇ ਆਪ ਪਾ ਰਿਹਾ ਸੀ, ਉਡਾਉਂਦਾ ਨਹੀਂ ਸੀ, ਸਗੋਂ ਆਪ ਭੋਰੇ ਬਣਾ ਬਣਾ ਕੇ ਦੂਰ ਖਿਲਾਰਨੇ। ਸਤਿਗੁਰਾਂ ਨੇ ਪੁੱਛਿਆ, ਨਾਰੂ ਲੋਕ ਤਾਂ ਪੰਛੀਆਂ ਤੋਂ ਬਚਣ ਲਈ ਕਰਦੇ ਯਤਨ, ਅਤੇ ਤੂੰ ਉਲਟਾ ਇਹਨਾਂ ਚਿੜੀਆਂ ਨੂੰ, ਪੰਛੀਆਂ ਨੂੰ ਆਪਣੀ ਫਸਲ ਵਿੱਚੋਂ ਚੋਗਾ ਆਪ ਪਾ ਰਹੇ, ਸਿੱਟੇ ਭੰਨ ਕਹਿਣ ਲੱਗਾ, ਸਤਿਗੁਰੂ ਜੀ ਇਹਨਾਂ ਵੀ ਤਾਂ ਕਿਧਰੋਂ ਖਾਣਾ, ਵਿਚਾਰੇ ਜੀਵਾਂ ਨੇ, ਨਿਰੰਕਾਰ ਦੀ ਦਾਤ ਤੇ ਜੇ ਕੁਝ ਖਾ ਜਾਣਗੀਆਂ ਤੇ ਕੀ ਘਾਟਾ ਏ। ਸਤਿਗੁਰੂ ਬਹੁਤ ਖੁਸ਼ ਹੋਏ, ਨਾਰੂ ਤੇਰੇ ਅੰਦਰ ਵੰਡਣ ਦੀ ਭਾਵਨਾ ਏ। ਬਸ ਇੱਕ ਕਰਮ ਦੇਖ ਕੇ ਸਤਿਗੁਰੂ ਜੀ ਪ੍ਰਸੰਨ ਹੋ ਗਏ। ਪ੍ਰਸੰਨ ਹੋ ਕੇ ਕਹਿਣ ਲੱਗੇ, ਸਤਿਗੁਰੂ ਜਾ ਤੈਨੂੰ ਅਕਾਲ ਪੁਰਖ ਦੇ ਘਰ ਦੀ ਸਿੱਖੀ ਦੀ ਦਾਤ ਬਖਸ਼ੀ। ਇਹਦਾ ਮਤਲਬ ਹੁੰਦਾ ਅੰਦਰ ਦੇ ਕਪਾਟ ਖੋਲ੍ਹ ਕੇ ਅਕਾਲ ਪੁਰਖ ਨਾਲ ਮਿਲਾਪ ਕਰਵਾਉਣਾ। ਜਦੋਂ ਬਚਨ ਹੋਇਆ, ਭਾਈ ਨਾਰੂ ਜੀ ਨੂੰ ਕਿਸੇ ਅਗੰਮੀ ਮਸਤੀ ਨੇ ਖਿੱਚ ਪਾਈ। ਕਹਿਣ ਲੱਗਾ, ਸਤਿਗੁਰੂ ਜੀ ਹੁਣ ਇੱਥੇ ਰਹਿਣ ਨੂੰ ਨਹੀਂ ਜੀ ਚਾਹੁੰਦਾ, ਤੁਹਾਡੇ ਨਾਲ ਜਾਣਾ ਚਾਹੁੰਦਾ ਵਾਂ। ਨਾਲ ਹੀ ਤੁਰ ਪਿਆ, ਪਰ ਰੰਗਿਆ ਖੋਇਆ ਮਸਤੀ ਵਿੱਚ। ਇਹ ਨਹੀਂ ਭਾਈ ਉਹ ਸਤਿਗੁਰੂ ਜੀ ਜਦੋਂ ਕਿਸੇ ਨੂੰ ਰੰਗ ਚੜ੍ਹਾਉਂਦੇ ਉਹ ਇਹ ਨਹੀਂ ਵੇਖਦੇ ਇੰਨੇ ਸਾਲਾਂ ਨੂੰ ਚੜ੍ਹੇਗਾ।
ਜੇ ਥੋੜ੍ਹਾ ਅੰਦਰ ਕਰਮ ਚੰਗੇ ਹੋਣ, ਭਾਵਨਾ ਚੰਗੀ ਹੋਈ, ਨੀਅਤ ਸਤਿਗੁਰੂ ਦਾ ਬਚਨ ਖੁੰਦਿਆਂ ਸਾਰੀ ਉਹ ਕਲਾ ਵਰਤਦੀ। ਇਹਦੇ 'ਤੇ ਉਹ ਜਦੋਂ ਕਲਾ ਵਰਤੀ ਕਹਿ ਸਤਿਗੁਰੂ ਜੀ ਦੀ, ਇਹ ਰੰਗਿਆ ਗਿਆ। ਪਰ ਇਹਦਾ ਦੂਜਾ ਪੱਖ ਵੇਖੋ, ਜਦੋਂ ਹੁਣ ਸਤਿਗੁਰੂ ਅੰਮ੍ਰਿਤਸਰ ਸਾਹਿਬ ਜਾਂਦੇ ਨੇ, ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇੱਥੋਂ ਚਲੇ ਗਏ ਸਨ ਕੀਰਤਪੁਰ ਸਾਹਿਬ, 7ਵੇਂ 8ਵੇਂ ਪਾਤਸ਼ਾਹ ਉੱਧਰ ਰਹੇ। ਹਾਂ, 7ਵੇਂ ਗੁਰਦੇਵ ਆਏ ਨੇ ਕੁਝ ਸਮੇਂ ਲਈ, ਪਰ ਇੱਥੇ ਰਹੇ ਨਹੀਂ। ਇੱਥੇ ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ ਦਾ ਅੱਗੋਂ ਪੁੱਤਰ ਸੀ ਹਰਜੀ, ਉਹਦਾ ਕਬਜ਼ਾ ਸੀ। ਨੀਅਤ ਮਾੜੀ ਹੋਣ ਕਾਰਨ ਉਹਨਾਂ ਨੇ ਕਬਜ਼ਾ ਕੀਤਾ ਸੀ। ਪਤਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਨੇ, ਦਰਵਾਜ਼ਾ ਬੰਦ ਕੀਤਾ ਹਰਿਮੰਦਰ ਸਾਹਿਬ ਦਾ। ਉਸ ਬਾਹਰਲੇ ਜਿੱਥੇ ਵੀ ਦਰਵਾਜ਼ੇ ਉਹ ਬੰਦ ਕਰਕੇ ਚਾਬੀਆਂ ਲੈ ਕੇ ਉਹ ਚਲਾ ਗਿਆ। ਸਤਿਗੁਰੂ ਜੀ ਆਏ, ਦਰਵਾਜ਼ਾ ਬੰਦ ਵੇਖਿਆ, ਮਹਾਰਾਜ ਜੀ ਨੇ ਪਤਾ ਕਰਾਇਆ, ਅੱਗੋਂ ਕੋਈ ਜਵਾਬ ਨਹੀਂ ਮਿਲਿਆ। ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਨਿਸ਼ਾਨ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਵਿਚਕਾਰ ਦੀ ਜਗ੍ਹਾ 'ਚ ਇੱਕ ਗੁਰਦੁਆਰਾ ਸਾਹਿਬ ਹੈ ਥੜਾ ਸਾਹਿਬ, ਉਸ ਜਗ੍ਹਾ 'ਤੇ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਕੁਝ ਸਮਾਂ ਬੈਠੇ, ਬਾਹਰੋਂ ਹੀ ਨਮਸਕਾਰ ਕੀਤੀ ਅਤੇ ਸਤਿਗੁਰੂ ਇੱਥੋਂ ਚੱਲ ਪਏ। ਕਾਰਨ ਕੀ ਸੀ? ਭਾਈ ਨਾਰੂ ਜੀ ਨੇ ਤਾਂ ਬੇਨਤੀ ਕਰਾਂ ਸਤਿਗੁਰੂ ਜੀ ਤੋਂ ਇੱਕ ਬਚਨ ਦਿਖਾ ਕੇ ਕਰਮ ਚੰਗਾ ਬਖਸ਼ਾਂ ਲਈਆਂ। ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ, ਉਹ ਭਾਈ ਨਾਰੂ ਜੀ ਫਿਰ ਸਤਿਗੁਰਾਂ ਦੇ ਨਾਲ ਰਹੇ ਸੀ। ਜਦੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਇਹ ਨਾਰੂ ਤੋਂ ਨਾਰ ਸਿੰਘ ਬਣ ਗਿਆ ਸੀ। ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਇਸ ਨਾਲ ਸੀ, ਉਸ ਜੰਗ ਵਿੱਚ ਜ਼ਖਮੀ ਹੋ ਗਿਆ। ਘਨੌਲੀ ਕੋਲ ਜ਼ਿਆਦਾ ਜ਼ਖਮ ਹੋਣ ਕਾਰਨ ਸਤਿਗੁਰਾਂ ਨੇ ਉਹਨੂੰ ਇੱਥੇ ਛੱਡਿਆ। ਇੱਥੇ ਕੁਝ ਸਮਾਂ ਹੋ ਰਿਹਾ। ਜਦੋਂ ਰਾਜੀ ਹੋਇਆ, ਫਿਰ ਇਹ ਸਤਿਗੁਰਾਂ ਨੂੰ ਜਾ ਕੇ ਦਮਦਮਾ ਸਾਹਿਬ ਮਿਲਿਆ ਸੀ। ਸਤਿਗੁਰੂ ਜੀ ਦੀ ਇਹਦੇ 'ਤੇ ਬਹੁਤ ਵੱਡੀ ਬਖਸ਼ਿਸ਼ ਹੋਈ ਸੀ। ਹੁਣ ਇੱਧਰ ਕੀ ਹੈ, ਜਿਹੜੇ ਇਹ ਮਸੰਦ ਲੋਕ ਨੇ, ਇਹਨਾਂ ਦੇ ਅੰਦਰ ਲਾਲਚ ਨੇ। ਤੁਸੀਂ ਮਸੰਦਾਂ ਵਾਲਾ ਕਰਮ ਨਹੀਂ ਕੀਤਾ, ਤੁਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹੋ। ਪਰ ਹੌਲੀ ਹੌਲੀ ਕੁਝ ਅਣਜਾਣ ਲੋਕਾਂ ਨੇ ਪਹਿਲੇ ਸ਼ਬਦ ਕੱਟ ਦਿੱਤੇ ਇਹਨਾਂ ਪੰਕਤੀਆਂ ਨਾਲੋਂ, ਅਤੇ ਇੱਕ ਨਵਾਂ ਹੀ ਮੁਹਾਵਰਾ ਕੱਢ ਦਿੱਤਾ, ਅੰਮ੍ਰਿਤ ਸਰੀਏ ਅੰਤਰ ਸੜੀਏ। ਇਹ ਕਦੇ ਨਹੀਂ ਕਹਿਣਾ ਚਾਹੀਦਾ। ਜਿਸ ਨਗਰੀ ਵਿੱਚ ਧੰਨ ਗੁਰੂ ਰਾਮਦਾਸ ਪਿਤਾ ਦੀਆਂ ਬਖਸ਼ਾਂ ਵਰਤਦੀਆਂ ਹੋਣ, ਧੰਨ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਹਰਿਮੰਦਰ ਹੋਣ, 6ਵੇਂ ਗੁਰਦੇਵ ਪਿਤਾ ਦੇ ਸ੍ਰੀ ਅਕਾਲ ਤਖਤ ਸਾਹਿਬ ਹੋਣ, ਜਿਸ ਨਗਰੀ ਦੇ ਅੰਦਰ ਗੁਰੂ ਕੇ ਪਿਆਰੇ ਬਾਬਾ ਬੁੱਢਾ ਸਾਹਿਬ ਵਰਗਿਆਂ ਦੇ ਚਰਨ ਪੈ, ਨਾਵੇਂ ਸਤਿਗੁਰੂ ਜੀ ਨੇ 9 ਸਾਲ ਬਤੀਤ ਕੀਤੇ, ਸਾਰਾ ਜਗਤ ਉੱਥੋਂ ਵਰਸਾਇਆ ਜਾ ਰਿਹਾ ਏ। ਇਹੋ ਜਿਹੇ ਸ਼ਬਦ ਸੋਹਣੇ ਨਹੀਂ ਲੱਗਦੇ। ਇਸ ਨਗਰ 'ਤੇ ਕਿਰਪਾ ਜੋ ਹੈ ਉਹ ਨਿਰੰਕਾਰ ਦੀ ਸਭ ਤੋਂ ਵੱਖਰੀ ਹੈ। ਹਾਂ, ਜਿਹਦੇ ਭਾਗ ਨਹੀਂ ਚੰਗੇ, ਉਸ ਨੇ ਉੱਥੇ ਰਹਿ ਕੇ ਵੀ ਲਾਭ ਨਹੀਂ ਉਠਾਉਣਾ, ਉਹਦੀ ਮਰਜ਼ੀ ਏ। ਮੈਂ ਇੱਕ ਬੇਨਤੀ ਕਰਾਂ, ਇੱਕ ਵਿਦਵਾਨ ਹੋਏ ਨੇ ਮੇਰੀ ਕੌਮ ਦੇ ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਸਟੀਕ ਤੋਂ ਭਾਵ ਹੁੰਦਾ ਅਰਥ ਕੀਤੇ ਲਿਖਤੀ ਰੂਪ ਅੰਦਰ 10 ਭਾਗ ਨੇ। ਉਹਨਾਂ ਦੇ ਟਿਕਾਣਾ ਵੀ ਅੰਮ੍ਰਿਤਸਰ ਸਾਹਿਬ ਹੀ ਸੀ ਰਹਿਸ਼। ਉਹਨਾਂ ਦਾ ਬੇਟਾ ਪਟਿਆਲੇ ਚਲਾ ਗਿਆ, ਬੱਚੇ ਕੋਲ ਜਾਣਾ ਪੈਣਾ ਸੀ ਪਰਿਵਾਰ, ਕਿਉਂਕਿ ਬੇਟਾ ਡਾਕਟਰ ਬਣਿਆ। ਉੱਥੇ ਗਏ ਤਾਂ ਇੱਥੋਂ ਯੂਨੀਵਰਸਿਟੀ ਦੇ ਗੁਰੂ ਕੇ ਪਿਆਰਿਓ ਡਾਕਟਰ ਨਰਿੰਦਰ ਸਿੰਘ ਜੀ ਸੋਚ ਹੋਏ। ਉਹ ਬੜੇ ਪਿਆਰ ਅਤੇ ਭਾਵਨਾ ਵਾਲੇ ਸੱਜਣ ਸਨ। ਉਹਨਾਂ ਨੇ ਕਿਹਾ, ਪ੍ਰੋਫੈਸਰ ਸਾਹਿਬ ਸਿੰਘ ਜੀ, ਤੁਸੀਂ ਹੁੰਦਾ ਲਿਖਣਾ, ਇਕਾਗਰਤਾ ਚਾਹੀਦੀ ਏ। ਦੇਖੋ, ਤੁਸੀਂ ਅੰਮ੍ਰਿਤਸਰ ਸਾਹਿਬ ਛੱਡ ਕੇ ਪਟਿਆਲੇ ਜਾ ਰਹੇ ਹੋ, ਤੁਹਾਨੂੰ ਇਹੋ ਜਿਹਾ ਮਾਹੌਲ ਉੱਥੇ ਨਹੀਂ ਮਿਲਣਾ। ਉਹ ਕਹਿਣ ਲੱਗੇ, ਤੁਸੀਂ ਵੀ ਇਹਨਾਂ ਵਹਿਮਾਂ ਭਰਮਾਂ ਵਿੱਚ, ਰੱਬ ਸਾਰੀ ਜਗ੍ਹਾ ਵਰਤ ਰਿਹਾ ਏ। ਕਿਹੜੀ ਜਗ੍ਹਾ 'ਤੇ ਸਤਿਗੁਰਾਂ ਦੀ ਕਿਰਪਾ ਨਹੀਂ ਹੈ? ਪਟਿਆਲੇ ਅਤੇ ਅੰਮ੍ਰਿਤਸਰ ਵਿੱਚ ਕੀ ਫਰਕ ਪੈਂਦਾ? ਕੋਈ ਕੁਛ ਨਹੀਂ। ਇਸ ਕਰਕੇ ਭਰਮ ਨਾ ਕਰੋ। ਚਲੇ ਗਏ ਪਟਿਆਲੇ। ਮਹੀਨੇ ਬਾਅਦ ਚਿੱਠੀ ਆ ਗਈ, ਸੋਚ ਜੀ ਤੁਹਾਡੀ ਗੱਲ ਬਿਲਕੁਲ ਠੀਕ ਸੀ, ਹੁਣ ਪਤਾ ਲੱਗਾ ਅੰਮ੍ਰਿਤਸਰ ਅਤੇ ਪਟਿਆਲੇ ਵਿੱਚ ਕੀ ਅੰਤਰ ਹੈ। ਅੰਮ੍ਰਿਤਸਰ ਅੰਦਰ ਭਾਵੇਂ ਆਪਣੇ ਘਰ ਸਾਂ, ਗੁਰੂ ਰਾਮਦਾਸ ਪਿਤਾ ਦੀਆਂ ਮਿਹਰਾਂ, ਜਿਹੜੀ ਸੰਗਤ ਆਉਂਦੀ, ਭਾਵਨਾਵਾਂ,
ਹਵਾ ਨਾਲ ਛੋ ਕੇ ਜੋ ਟਿਕਾਊ ਬਣਦਾ ਸੀ ਘਰ ਬੈਠਿਆਂ, ਉਹ ਪਟਿਆਲੇ ਅੰਦਰ ਟਿਕਦਾ ਹੀ ਨਹੀਂ। ਜੋ ਪਵਿੱਤਰ ਖਿਆਲ ਉੱਥੇ ਬੈਠ ਕੇ ਅੰਦਰ ਆਉਂਦੇ ਸਨ, ਇੱਥੇ ਸਾਰੇ ਉੜੰਤ ਹੋ ਗਏ। ਮੇਰੇ ਕਹਿਣ ਤੋਂ ਮੁਰਾਦ ਨਗਰੀ ਭਾਗਾਂ ਵਾਲੀ ਹੈ, ਉਸ ਨਗਰੀ ਨੂੰ ਸਦਾ ਹੀ ਸਿਜਦਾ। ਅੱਜ ਵੀ ਅਰਦਾਸ ਵਿੱਚ ਇਹ ਬਚਨ ਅਸੀਂ ਕਹਿੰਦੇ ਹਾਂ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਹਾਂ, ਗੁਰੂ ਕੇ ਪਿਆਰੇ ਅੰਮ੍ਰਿਤ ਸਰੋਵਰ ਜੋਏ। ਉਹ ਸ਼ਬਦ ਕੇਵਲ ਉਹਨਾਂ ਲਾਲਚੀ ਮਸੰਦਾਂ ਲਈ ਹੈ। ਸਤਿਗੁਰਾਂ ਨੇ ਉੱਥੇ ਬਚਨ ਕੀਤੇ ਸੀ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਤ੍ਰਿਸ਼ਨਾ ਦੀ ਅੱਗ ਵਿੱਚ ਤੁਸੀਂ ਮਸੰਦ ਲੋਕ ਸੜ ਰਹੇ ਹੋ। ਜਦੋਂ ਸਤਿਗੁਰੂ ਕੁਝ ਸਮਾਂ ਇੱਥੋਂ ਬੈਠ ਕੇ ਵੱਲੇ ਪਿੰਡ ਗਏ, ਉੱਥੇ ਮਾਈ ਖਰੋ ਸੀ। ਪਤਾ ਲੱਗਾ, ਉਹਨਾਂ ਸਤਿਗੁਰਾਂ ਜੀ ਨੂੰ ਉੱਥੇ ਟਿਕਣ ਲਈ ਬੇਨਤੀ ਕੀਤੀ। ਗਰੀਬ ਨਵਾਜ ਪਿਤਾ ਜੀ ਉੱਥੇ ਟਿਕਦੇ ਨੇ। ਮਾਈਆਂ ਨੇ ਬਹੁਤ ਸੇਵਾ ਕੀਤੀ। ਸਤਿਗੁਰਾਂ ਨੇ ਉੱਥੇ ਬਚਨ ਦਿੱਤਾ ਸੀ, ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਇਹਨਾਂ ਨੇ ਨਾ ਸੇਵਾ ਬਹੁਤ ਕਮਾਈ। ਜਦੋਂ ਸੇਵਾ ਕੀਤੀ ਸਤਿਗੁਰੂ ਜੀ ਪ੍ਰਸੰਨ ਨੇ, ਅਤੇ ਸਤਿਗੁਰਾਂ ਨੇ ਇੱਕ ਹੋਰ ਵਾਰ ਦਿੱਤਾ, ਵੱਲਾ ਗੁਰੂ ਕਾ ਗੱਲਾ। ਪਾਵੱਲੇ ਪਿੰਡ ਦੇ ਉੱਪਰ ਇੰਨੀ ਕਿਰਪਾ, ਇਹ ਗੁਰੂ ਕਾ ਖਜ਼ਾਨਾ ਹੈ। ਭਾਵ ਇੱਥੋਂ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਪਿਆਰਿਓ, ਤੁਸੀਂ ਵੇਖਿਆ ਜੇ ਗੁਰੂ ਕਲਗੀਆਂ ਵਾਲੇ ਪਿਤਾ ਦੇ ਜਿਹੜੇ ਬਚਨ ਨੇ ਨਾ, ਸਾਹਿਬ ਕਹਿੰਦੇ, ਤੇਗ ਬਹਾਦਰ ਸਿਮਰਿਐ ਘਰ ਨੋ ਨਿਦ ਆਵੈ ਤਾਇ, ਸਭ ਥਾਈ ਕੋਈ ਸਹਾਇ। ਸੱਚ ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਵਰ ਦਿੰਦੇ ਤੁਰੇ ਜਾਂਦੇ ਨੇ, ਕਿਉਂਕਿ ਸਤਿਗੁਰੂ ਸ਼ਰਾਪ ਨਹੀਂ ਦੇਣ ਆਏ, ਵਰ ਦੇਣ ਆਏ, ਬਖਸ਼ਿਸ਼ਾਂ ਦੇਣ ਆਏ ਨੇ। ਹਾਂ, ਜੇ ਕੋਈ ਲੈਣ ਵਾਲਾ ਜਿਵੇਂ ਮਸੰਦਾਂ ਦੀ ਤਰ੍ਹਾਂ, ਪਿਆਰਿਓ, ਉਹਨਾਂ ਨੇ ਆਪ ਹੀ ਦਰਵਾਜ਼ੇ ਬੰਦ ਕਰ ਲਏ, ਅਤੇ ਫਿਰ ਉੱਥੇ ਰੱਬ ਕੀ ਕਰੇਗਾ। ਅੱਜ ਵੀ ਦੇਖੀਏ, ਰੱਬ ਜਦੋਂ ਦਿੰਦਾ ਹੈ, ਉਹ ਕਿਸੇ ਨਾ ਕਿਸੇ ਬਹਾਨੇ ਸਤਿਗੁਰੂ ਉਪਦੇਸ਼ ਕਰਦੇ ਨੇ। ਆਪਾਂ ਉਸ ਉਪਦੇਸ਼ ਨੂੰ ਮੰਨਾਂਗੇ ਅਤੇ ਬਖਸ਼ਾਂ ਸ਼ੁਰੂ ਹੋਣਗੀਆਂ। ਅਤੇ ਜੇ ਬੰਦਾ ਕਵੇ ਵੀ ਮੈਂ ਤਾਂ ਨਾ ਅੰਮ੍ਰਿਤ ਦੀ ਦਾਤ ਲੈਣੀ, ਨਾ ਮੈਂ ਪਾਠ ਕਰਨਾ, ਨਾ ਮੈਂ ਸੰਗਤ ਜਾ ਕੇ ਸੇਵਾ ਕਰਨੀ ਏ, ਰੱਬ ਆਪੇ ਕਰੇ। ਸਤਿਗੁਰੂ ਕਹਿੰਦੇ ਐਸਾ ਨਹੀਂ ਹੋਏਗਾ। ਭਗਤ ਕਬੀਰ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗਈ, ਜੋ ਬਾਂਸ ਬਜਾਈਏ ਫੂਕ। ਇੱਥੇ ਇੱਕ ਗੱਲ ਜ਼ਰੂਰ ਵਿਚਾਰਨੀ, ਸਤਿਗੁਰੂ ਪਰਮੇਸ਼ਰ ਨੇ ਜਿਨ੍ਹਾਂ ਨੂੰ ਕੁਛ ਦੇਣੀ ਹੁੰਦੀ, ਵੱਡੀ ਬਖਸ਼ਿਸ਼ ਮਿਹਰ ਕਰਨੀ ਹੁੰਦੀ ਏ, ਉਹਨਾਂ ਨੂੰ ਹੀ ਸੇਵਾ ਅਤੇ ਸਿਮਰਨ ਲਈ ਸਬੱਬ ਬਣਾ ਕੇ ਮੌਕਾ ਦਿੰਦੇ ਨੇ। ਅਸੀਂ ਸਮਝਦੇ ਅਸੀਂ ਸੇਵਾ ਸ਼ਾਇਦ ਕਰ ਰਹੇ ਹਾਂ, ਨਹੀਂ, ਉਹ ਸੇਵਾ ਕਰਵਾ ਤਾਂ ਰਹੇ ਨੇ ਆਪ, ਕਿਉਂਕਿ ਅੰਦਰ ਭਾਵਨਾ ਬਣੇਗੀ ਤਾਂ ਕਿ ਤੁਹਾਡੇ ਘਰ ਸਦਾ ਲਈ ਰੱਬੀ ਦਾਤ ਦਾ ਵਾਸਾ ਹੋਵੇ। ਅਤੇ ਜਦੋਂ ਉਹਨੂੰ ਸਿਮਰਨ ਨੂੰ ਹੀ, ਸੇਵਾ ਨੂੰ ਹੀ ਨਹੀਂ ਪ੍ਰਵਾਨ ਕਰਨਾ, ਇਹਦਾ ਮਤਲਬ ਉਸ ਦੀ ਬਖਸ਼ਿਸ਼ ਨੂੰ ਅਸੀਂ ਪ੍ਰਵਾਨ ਨਹੀਂ ਕਰਦੇ। ਜਿਵੇਂ ਅੰਮ੍ਰਿਤਸਰ ਦੀ ਮਸੰਦਾਂ ਕੋਲ ਭੁੱਲ ਹੋਈ ਹੈ, ਪਰ ਇੱਥੇ ਵੱਲੇ ਸਤਿਗੁਰੂ ਜੀ ਨੇ ਕਿੱਡੇ ਵੱਡੇ ਬਚਨ ਕਹੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਕ ਮਾਈ ਦੀ ਸਦਕਾ ਪਿੰਡ ਵੀ ਤਰਿਆ, ਹੋਰ ਵੀ ਮਾਈਆਂ ਆਈਆਂ, ਉਹਨਾਂ ਨੂੰ ਕਿੰਨੇ ਪਿਆਰੇ ਬਚਨ ਮਿਲ ਗਏ, ਕਿੰਨੇ ਬਖਸ਼ੇ ਜਾਂਦੇ ਨੇ। ਕਈਆਂ ਨੂੰ ਲੈਣਾ ਹੀ ਨਹੀਂ ਆਉਂਦਾ, ਕਈਆਂ ਨੂੰ ਇੰਨਾ ਸੋਹਣਾ ਢੰਗ ਲੈਣ ਦਾ ਆਉਂਦਾ ਏ, ਉਹ ਕਿਸੇ 'ਤੇ ਵੀ ਵਰਤਰੀ ਹੋਵੇ ਰਹਿਮਤ, ਆਪਣੀ ਝੋਲੀ ਪਵਾ ਜਾਂਦੇ ਹਨ। ਤੋ ਸਦਾ ਹੀ ਸਤਿਗੁਰੂ ਜੀ ਦਿਆਲ ਨੇ। ਗਰੀਬ ਨਵਾਜ ਪਿਤਾ ਇੱਥੇ ਕੁਛ ਦਿਨ ਰਹਿ ਕੇ ਕੁਛ ਨਗਰਾਂ 'ਚੋਂ ਹੁੰਦੇ ਹੋਏ ਤਰਨ ਤਾਰਨ ਸਾਹਿਬ ਵੀ ਚਰਨ ਪਾਏ, ਖਡੂਰ ਸਾਹਿਬ ਵੀ, ਸ਼੍ਰੀ ਗੋਇੰਦਵਾਲ ਸਾਹਿਬ ਗਏ। ਜਦੋਂ ਸਤਿਗੁਰੂ ਜੀ ਸ਼੍ਰੀ ਗੋਇੰਦਵਾਲ ਸਾਹਿਬ ਪਹੁੰਚਦੇ ਨੇ, ਇੱਥੋਂ ਹੀ ਇੱਕ ਨੇੜੇ ਖੇਮ ਕਰਨ ਤੋਂ ਰਘਪਤ ਰਾਏ ਨਿੱਬਰ ਜੀ ਤੋਂ ਉਹਨਾਂ ਦਾ ਬੇਟਾ ਸੀ ਮੂਲ ਚੰਦ। ਉਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀਓ ਸਾਡੀ ਨਗਰੀ ਚਰਨ ਪਾਓ। ਇਤਿਹਾਸ ਕਹਿੰਦਾ ਹੈ ਸਤਿਗੁਰੂ ਜੀ ਉਹਨਾਂ ਦੇ ਬੇਨਤੀ ਮੰਨ ਕੇ ਚਰਨ ਪਾਉਂਦੇ ਨੇ। ਬਹੁਤ ਸੰਗਤਾਂ ਨੇ ਲਾਭ ਲਿਆ, ਪਰ ਇੱਥੇ ਇੱਕ ਸਨ ਭਾਈ ਧਿੰਗਾਣਾ ਨਾਮ ਦਾ ਆਦਮੀ ਸੀ।
ਨਾਮ ਤੇ ਬਾਬਾ ਧਿੰਗਾਣਾ ਅੱਜ ਕੱਲ੍ਹ ਉਹਨਾਂ ਨੂੰ ਕਹਿੰਦੇ ਧਿੰਗਾਣਾ ਹੈ। ਅੰਦਰ ਬਹੁਤ ਕੋਮਲ, ਬਹੁਤ ਉਹਨਾਂ ਦਾ ਪਿਆਰ ਭਾਵਨਾ ਪੂਰਬਲੀ ਕਮਾਈ ਸੀ, ਜਾਂ ਹੁਣ ਉਹਨਾਂ ਨੇ ਆਪਣੇ ਕਰਮ ਇੱਕਦਮ ਬਣਾ ਲਏ, ਕਿਉਂਕਿ ਸਤਿਗੁਰੂ ਜੀ ਜ਼ਰੂਰੀ ਨਹੀਂ ਪੂਰਬਲੇ ਕਰਮ ਚੰਗੇ ਹੋਣ ਤੇ ਤਾਂ ਮਿਹਰ ਕਰਦੇ ਨੇ, ਜਿਹਦੇ ਤੇ ਤਰੁੱਠ ਪੈਣ ਉਹਦੇ ਇੱਕਦਮ ਵੀ ਤਾਂ ਕਰਮ ਬਣਾ ਦਿੰਦੇ ਨੇ। ਸਤਿਗੁਰੂ ਆਜ਼ਾਦ ਨੇ, ਪਰਮੇਸ਼ਰ ਨੇ, ਉਹਨਾਂ ਦੇ ਹੱਥ ਵਿੱਚ ਹੀ ਸਾਰਾ ਕੁਝ ਏ। ਉਹ ਚਾਹਣ ਤਾਂ ਸੈਂਕੜੇ ਜਨਮਾਂ ਦੀ ਭਗਤੀ ਤੋਂ ਬਾਅਦ ਵੀ ਉਹ ਅਜੇ ਬੰਦੇ ਨੂੰ ਟਾਲਣ ਤੇ ਹੋਰ ਸੇਵਾ ਭਗਤੀ ਕਰਵਾਉਣਾ ਚਾਹਣ, ਉਹਨੂੰ ਗਰੀਬੀ ਦੁੱਖਾਂ ਦੇ ਦੁਨਿਆਵੀ ਦੁੱਖਾਂ 'ਚ ਪਾ ਕੇ ਰੱਖਣ। ਉਹਨਾਂ ਦੀ ਤੇ ਮੌਜ ਇਸ ਕਹਾਣੀ ਨੂੰ ਸਮਝਿਆ ਨਹੀਂ ਜਾ ਸਕਦਾ, ਮੌਜ ਇੱਕਦਮ ਉਤਾਰ ਸਕਦੇ ਨੇ। ਇੱਥੇ ਭਾਈ ਧਿੰਗਾਣਾ ਜੀ ਉੱਪਰ ਸਤਿਗੁਰਾਂ ਦੀ ਬਹੁਤ ਵੱਡੀ ਮਿਹਰ ਹੋਈ, ਜੁੜ ਗਿਆ। ਜੁੜਨ ਦਾ ਮਤਲਬ ਹੁੰਦਾ ਅੰਦਰੋਂ ਸੁਰਤੀ ਦਾ ਗੁਰੂ ਸ਼ਬਦ ਨਾਲ ਜੁੜ ਜਾਣਾ। ਜੁੜਨ ਦਾ ਮਤਲਬ ਹੁੰਦਾ ਅੰਦਰ ਬੈਠੇ ਪਰਮਾਤਮਾ ਨਾਲ ਅੰਦਰੋਂ ਸੁਰਤੀ ਦਾ ਛੋਹ ਜਾਣਾ। ਜਿੰਨਾ ਚਿਰ ਉਹ ਨਾ ਮੇਲ ਹੋਵੇ ਉਹਨਾਂ ਚਿਰ ਲੱਗੇ ਰਹਿਣਾ ਚਾਹੀਦਾ ਹੈ। ਭਾਈ ਵੀਰ ਸਿੰਘ ਕਹਿੰਦੇ ਉਹਨਾਂ ਚਿਰ ਗੁਰਬਾਣੀ ਦੀ ਮਹਾਰਾਜ ਦੇ ਘਰ ਦੀ ਸਮਝ ਨਹੀਂ ਆ ਸਕਦੀ ਜਿੰਨਾ ਚਿਰ ਅੰਦਰੋਂ ਸੁਰਤੀ ਕਿਸੇ ਤਰੀਕੇ ਗੁਰੂ ਸ਼ਬਦ ਨਾਲ ਸਪਰਸ਼ ਨਾ ਕਰੇ। ਉਹਦਾ ਕਾਰਨ ਉਸ ਸਪਰਸ਼ਤਾ ਵਿੱਚੋਂ ਹੀ ਤਾਂ ਆਨੰਦ ਨਿਕਲਣਾ, ਉਹਦੇ ਵਿੱਚੋਂ ਹੀ ਸੁੱਖ ਤੇ ਸਹਿਜ ਨਿਕਲਦਾ, ਉਹਦੇ ਵਿੱਚੋਂ ਹੀ ਅਨਹਦ ਨਾਦ ਸੁਣਦਾ ਹੈ, ਉਹਦੇ ਵਿੱਚੋਂ ਹੀ ਸਤਿਗੁਰਾਂ ਦੀਆਂ ਰਹਿਮਤਾਂ ਰਸ ਬਣ ਕੇ ਅੰਮ੍ਰਿਤ ਝਰਦੇ ਖਾਣ। ਤੋ ਕਈ ਵਾਰ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰੀਦਾ ਏ, ਪਰ ਉੱਥੇ ਰੁਕ ਜਾਂਦੇ ਹਾਂ। ਸਤਿਗੁਰੂ ਕਹਿੰਦੇ ਨਹੀਂ, ਜਿਵੇਂ ਪਾਣੀ ਦਾ ਬੋਰ ਲਗਾਈਦਾ ਉਹਨਾਂ ਚਿਰ ਬੋਕੀਆਂ ਮਾਰੀ ਜਾਈਦੀਆਂ ਜਿੰਨਾ ਚਿਰ ਪਾਣੀ ਤੱਕ ਨਾ ਪਹੁੰਚੀਏ। ਇਸੇ ਤਰ੍ਹਾਂ ਵੱਧ ਤੋਂ ਵੱਧ ਸਿਮਰਨ ਬਾਣੀ ਸੇਵਾ ਕੀਤੀ ਜਾਵੇ ਤਾਂ ਕਿ ਉਸ ਮੰਜ਼ਲ ਅੰਦਰ ਬੈਠੇ ਸਾਈਂ ਨਾਲ ਇੱਕ ਵਾਰ ਸਪਰਸ਼ ਕਰ ਜਾਵੇ। ਤੋ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਜਦੋਂ ਆਏ ਨੇ ਤਾਂ ਬਾਬਾ ਧਿੰਗਾਣਾ ਜੀ ਦੇ ਉੱਪਰ ਮਿਹਰ ਹੋਈ। ਜਦੋਂ ਮਿਹਰ ਹੋਈ ਤੇ ਇਹਨਾਂ ਜੁੜ ਗਿਆ। ਹੁਣ ਜੁੜੇ ਨੂੰ ਖਤਰਾ ਕਿਧਰੇ ਟੁੱਟ ਨਾ ਜਾਵਾਂ, ਇਹਨੂੰ ਰੱਬ ਨੇ ਦਿਖਾ ਦਿੱਤਾ। ਜੇ ਜ਼ਿੰਦਗੀ ਹੈ ਤੇ ਕੇਵਲ ਸਤਿਗੁਰੂ ਜੀ ਦੇ ਨਾਲ ਰਹਿ ਕੇ ਹੀ, ਸਤਿਗੁਰਾਂ ਤੋਂ ਬਗੈਰ ਜ਼ਿੰਦਗੀ ਦਾ ਕੋਈ ਅਰਥ ਹੀ ਨਹੀਂ ਹੈ। ਇਹਨੇ ਬਿਨੇ ਕੀਤੀ ਸਤਿਗੁਰ ਜੀ ਮਿਹਰ ਕਰਨੀ, ਬਖਸ਼ਿਸ਼ ਕਰਨੀ ਮੇਰੇ ਉੱਪਰ। ਉਹ ਅੱਜ ਜ਼ਿੰਦਗੀ ਦਿੱਤੀ, ਜੇ ਇਹ ਤੁਸਾਂ ਨੇ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ। ਇਹ ਕਿਸੇ ਦਿਨ ਬੇਨਤੀ ਕਰਾਂਗਾ, ਜੋ ਸਤਿਗੁਰਾਂ ਦੇ ਘਰ ਸ਼ਬਦ ਹੁੰਦੇ ਨਾ, ਜੀ ਦਾਨ ਦੇਣਾ। ਜੀ ਦਾਨ ਸਤਿਗੁਰੂ ਹੀ ਦੇ ਸਕਦੇ ਨੇ, ਜਾਂ ਸਤਿਗੁਰਾਂ ਨਾਲ ਅਭੇਦ ਪੁਰਸ਼ ਦੇ ਸਕਦੇ ਨੇ। ਉਹ ਜੀ ਦਾਨ ਕੀ ਹੁੰਦਾ ਹੈ? ਜੀ ਦਾਨ ਤੋਂ ਬਾਅਦ ਜ਼ਿੰਦਗੀ ਦੇ ਕੀ ਅਰਥ ਬਣਦੇ ਨੇ? ਬਾਬਾ ਧਿੰਗਾਣਾ ਜੀ ਕਹਿਣ ਲੱਗੇ, ਜੀ ਗਰੀਬ ਨਵਾਜ਼, ਮੇਰੀ ਇੱਕ ਇੱਛਾ ਹੈ, ਜਿੰਨਾ ਚਿਰ ਆਪ ਜੀ ਦਾ ਪਾਵਨ ਪਵਿੱਤਰ ਸਰੂਪ ਇਹ ਚੋਲਾ ਇਸ ਦੁਨੀਆ ਵਿੱਚ ਮੈਂ ਬਸ ਉਹਨਾਂ ਚਿਰ ਜਿਉਣਾ ਚਾਹੁੰਦਾ ਵਾਂ। ਮੇਰੇ ਨਾਲ ਇੱਕ ਵਾਅਦਾ ਕਰੋ, ਜਦੋਂ ਆਪ ਜੀ ਇਸ ਦੁਨੀਆ ਤੋਂ ਦੀ ਅੱਖ ਤੋਂ ਪਰਾਂ ਹੋਵੋਗੇ, ਉਹਦਾ ਮਤਲਬ ਸੀ ਸਰੀਰ ਤਿਆਗਣ ਤੋਂ, ਮੈਂ ਵੀ ਚਾਹੁੰਦਾ ਮੈਂ ਉਦੋਂ ਤੱਕ ਹੀ ਜਿਉਂਦਾ ਰਵਾਂ, ਉਸ ਤੋਂ ਬਾਅਦ ਮੈਂ ਇੱਕ ਮਿੰਟ ਨਹੀਂ ਜਿਉਣਾ ਚਾਹੁੰਦਾ। ਮੈਨੂੰ ਆਪਣੇ ਨਾਲ ਲੈ ਕੇ ਜਾਇਓ। ਇੱਕ ਅੰਤਾਂ ਦੇ ਪਿਆਰ ਦੀ ਕਹਾਣੀ ਹੁੰਦੀ ਹੈ। ਜਦੋਂ ਸਤਿਗੁਰਾਂ ਨਾਲ ਰੂਹਾਨੀਅਤ ਵਿੱਚ ਇਹ ਪਿਆਰ ਪੈ ਜਾਵੇ ਤੇ ਖਤਰਾ ਹੁੰਦਾ ਜੋ ਅੱਜ ਦਾਤ ਮਿਲੀ ਇਹ ਕਿਧਰੇ ਕੱਲ੍ਹ ਨੂੰ ਖੁੱਸ ਨਾ ਜਾਵੇ। ਆਪ ਜੀ ਨੂੰ ਪਤਾ ਹੈ, ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਹੈ, ਉਹ ਕਹਿੰਦੇ ਕਿ ਅੱਲਾਹ ਤਾਲਾ ਕਿਰਪਾ ਕਰੀ, ਜਿੰਨਾ ਚਿਰ ਮੇਰੀ ਸੁਰਤੀ ਮੇਰਾ ਅੰਦਰ ਤੇਰੇ ਦਰ ਨਾਲ ਜੁੜਿਆ ਹੋਇਆ ਹੈ, ਬਸ ਮੈਨੂੰ ਓਨਾ ਚਿਰ ਜ਼ਿੰਦਗੀ ਚਾਹੀਦੀ। ਜੇ ਕਿਧਰੇ ਇਹੋ ਜਿਹੀ ਘੜੀ ਆ ਜਾਵੇ ਮੇਰਾ ਅੰਦਰ ਇੱਕ ਛਿਨ ਲਈ ਵੀ ਤੈਨੂੰ ਖੱਟ ਕੇ ਕਿਸੇ ਹੋਰ ਦੇ ਦਰ ਵੱਲ ਇਹ ਝੁਕਣ ਲੱਗੇ, ਉਹਦੇ ਝੁਕਣ ਤੋਂ ਪਹਿਲਾਂ ਮੇਰੇ ਪ੍ਰਾਣ ਕੱਢ ਲਿਆ ਜੇ। ਮੈਨੂੰ ਤੇਰੇ ਤੋਂ ਪਰਾਂ ਖੋਣਾ ਪ੍ਰਵਾਨ ਨਹੀਂ ਹੈ। ਉਹਨਾਂ ਦੇ ਬਚਨ ਪੜ੍ਹਦੇ ਆ ਨਾ, ਫਰੀਦਾ ਬਾਰ ਪਰਾਇਐ ਬੈਸਣਾ, ਬਾਰ ਕਹਿੰਦੇ ਦਰਵਾਜ਼ੇ ਨੂੰ,
ਫਰੀਦਾ ਬਾਰ ਪਰਾਇਐ ਬੈਸਣਾ, ਸਾਈਂ ਮੁਝੇ ਨਾ ਦੇ। ਜੇ ਤੂੰ ਐਵੇਂ ਰੱਖ ਸੇ, ਜਿਉਂ ਸ਼ਰੀਰੋਂ ਲੈ। ਮੇਰੀ ਜਿੰਦ ਹੀ ਕੱਢ ਲਿਆ ਜੇ, ਮੈਨੂੰ ਉਹ ਨਹੀਂ ਸਮਾਂ ਚਾਹੀਦਾ। ਇਹ ਅੰਤਾਂ ਦਾ ਪਿਆਰ ਉਹਦੇ ਤੋਂ ਪਰਾਂ ਨਹੀਂ ਖੋਣਾ ਚਾਹੁੰਦੀ ਸੁਰਤੀ। ਪਿਆਰਿਓ, ਮੋਰ ਬਾਰੇ ਵਿਦਵਾਨ ਲੋਕਾਂ ਨੇ ਇੱਕ ਗੱਲ ਕਹੀ ਏ, ਜਦੋਂ ਬੱਦਲ ਆਉਂਦੇ ਪਹਿਲਾਂ ਪਾਉਂਦਾ ਏ, ਉਹਨਾਂ ਦੀਆਂ ਕਾਲੀਆਂ ਘਟਾਵਾਂ ਨੂੰ ਵੇਖ ਵੇਖ ਕੇ ਬਰਸਾਤ ਪੈਂਦੀ ਏ, ਖੁਸ਼ ਹੋ ਕੇ ਪਹਿਲਾਂ ਪਾਉਂਦਾ, ਕਿੰਨਾ ਕਿੰਨਾ ਚਿਰ ਪਹਿਲਾਂ ਪਾਉਂਦਾ ਰਹੇਗਾ, ਪਰ ਅਚਾਨਕ ਰੋ ਪੈਂਦਾ ਹੈ। ਆਪੋ ਆਪਣੇ ਢੰਗ ਨਾਲ ਉਸ ਦੀ ਇਸ ਘਟਨਾ ਨੂੰ ਬਿਆਨ ਕੀਤਾ ਗਿਆ ਹੈ। ਵਿਦਵਾਨ ਕਹਿੰਦੇ ਉਹ ਬਹੁਤ ਸੁੰਦਰ ਹੈ ਆਪ, ਜਦੋਂ ਖੰਭ ਖਿਲਾਰਦਾ ਉਹਦੇ 'ਚ ਕਿੰਨੇ ਪਿਆਰੇ ਰੰਗ ਭਰੇ ਕੁਦਰਤ ਨੇ, ਖੁਸ਼ ਹੁੰਦਾ ਹੈ, ਪਰ ਪੈਰਾਂ ਦੀ ਸ਼ਕਲ ਉਹਦੀ ਮਾੜੀ, ਉਹਨਾਂ ਨੂੰ ਵੇਖ ਕੇ ਰੋ ਪੈਂਦਾ। ਫਕੀਰ ਲੋਕ, ਉਹਨਾਂ ਦਾ ਨਜ਼ਰੀਆ, ਵੇਖਣ ਦਾ ਢੰਗ, ਅੰਦਾਜ਼ ਆਪਣਾ ਵੱਖਰਾ ਹੈ। ਉਹ ਕਹਿੰਦੇ ਐਸਾ ਨਹੀਂ। ਉਹ ਕਹਿੰਦੇ ਮੋਰ ਕਿਉਂ ਰੋਂਦਾ ਏ? ਗੁਰਬਾਣੀ ਵਿੱਚ ਬਚਨ ਹੁੰਦਾ ਹੈ ਨਾ, ਮੋਰ ਬਾਰੇ ਕਿਤਨੀ ਵਾਰ, ਅਤੇ ਉਹਨਾਂ ਨੇ ਬਹੁਤ ਪਿਆਰੇ ਬਚਨ ਕਹੇ ਨੇ। ਕਹਿੰਦੇ ਮੋਰ ਇਸ ਕਰਕੇ ਰੋਂਦਾ ਏ, ਜਦੋਂ ਮੋਰ ਸਾਡੇ ਮਨੁੱਖੀ ਬਿਰਤੀ ਦੀ ਵਿਆਖਿਆ ਹੈ, ਜਿਹੜੀ ਕੋਈ ਆਤਮਾ ਦੀ ਵਿਆਖਿਆ ਹੈ ਜੀ, ਉਹ ਕਿਹੜੀ ਹੈ? ਉਹ ਮੋਰ ਬੱਦਲਾਂ ਨੂੰ ਵੇਖ ਕੇ ਖੁਸ਼ ਹੁੰਦਾ, ਉਹਦੇ ਨਾਲ ਪਿਆਰ ਹੈ। ਕਾਲੀ ਘਟਾ ਹੁੰਦੀ ਹੋਰ ਖੁਸ਼ ਹੋ ਜਾਂਦਾ ਹੈ, ਮੀਂਹ ਪੈਂਦਾ ਅਤੇ ਪਹਿਲਾਂ ਪਾਉਂਦਾ ਹੈ। ਕਹਿੰਦੇ ਅਚਾਨਕ ਉਹਨੂੰ ਹਵਾ ਦਾ ਬੁੱਲਾ ਵੇਖ ਕੇ ਡਰ ਜਾਂਦਾ ਹੈ ਵੀ ਜਿਹੜੀ ਅੱਜ ਖੁਸ਼ੀ ਮਿਲ ਰਹੀ ਹੈ, ਪਿਆਰਾ ਬੱਦਲ, ਕਾਲੀ ਘਟਾ ਸਾਹਮਣੇ ਹੈ, ਨਿੱਕੀ ਨਿੱਕੀ ਬੂੰਦਾ ਬਾਂਦੀ ਖੋ ਰਹੀ, ਕਿਧਰੇ ਹਵਾ ਉਡਾ ਕੇ ਨਾ ਲੈ ਜਾਵੇ। ਇਹ ਜਿਹੜਾ ਮੇਰਾ ਅੱਜ, ਜਿਵੇਂ ਸਾਲ ਬਾਅਦ ਸਾਉਣ ਆਉਂਦਾ, ਅਕਸਰ ਸਾਉਣ 'ਚ ਜ਼ਿਆਦਾ ਬੱਦਲ ਹੁੰਦੇ ਸਨ, ਵੀ ਮੇਰਾ ਕਿਧਰੇ ਸਾਲ ਬਾਅਦ ਆਇਆ ਸਾਉਣ ਖਾਲੀ ਨਾ ਚਲਾ ਜਾਵੇ। ਇਸੇ ਤਰ੍ਹਾਂ ਕਹਿੰਦੇ ਜਦੋਂ ਕਿਸੇ ਨੂੰ ਸਤਿਗੁਰੂ ਪਰਮੇਸ਼ਰ ਅੰਦਰੋਂ ਜੋੜ ਲੈਂਦੇ ਨੇ, ਸੰਗਤ ਵਿੱਚ ਜਾ ਕੇ ਆਨੰਦ ਬਣਦੇ, ਬਿਰਤੀ ਟਿਕ ਜਾਂਦੀ ਹੈ, ਜੀ ਚਾਹੁੰਦਾ ਘੰਟਿਆਂ ਬੱਧੀ ਉਹ ਬੈਠੇ ਰਹਿੰਦੇ। ਉਹ ਜਿਹੜਾ ਸੁੱਖ ਅਤੇ ਆਨੰਦ ਅੰਦਰੋਂ ਮਹਿਸੂਸ ਕਰਦੇ ਨੇ ਨਾ, ਉਹ ਸੁੱਖ ਆਨੰਦ ਨੂੰ ਵੇਖ ਕੇ ਜਿੱਥੇ ਸ਼ੁਕਰਾਨਾ ਨਿਕਲਦਾ ਸਤਿਗੁਰੂ ਪਰਮੇਸ਼ਰ ਦਾ, ਮਹਾਰਾਜ ਮੇਰੇ ਜਿਹਾਂ ਨੂੰ ਅਨਖਦ ਨਾਦ ਸੁਣ ਰਿਹਾ ਲਗਾਤਾਰ, ਮਹਾਰਾਜ ਮੇਰੇ ਵਰਗੇ ਇਸ ਦੁਨੀਆ ਦੇ ਕੀੜਿਆਂ ਤੇ ਅੰਦਰ ਇਹਨੇ ਅੰਮ੍ਰਿਤ ਦੇ ਝਰਨੇ ਛੁੱਟ ਰਹੇ ਹਨ, ਮਹਾਰਾਜਾ ਕਿਹੜੇ ਕਿਹੜੇ ਸੋਹਣੇ ਕੌਤਕ ਅੰਦਰੋਂ ਦਿਖਾ ਰਹੇ ਹੋ, ਪਰ ਨਾਲ ਹੀ ਅੰਦਰ ਹੌਕਾ ਜਿਹਾ ਨਿਕਲਦਾ ਏ ਇਸ ਦੁਨੀਆ ਦੀ, ਖਿਆਲਾਂ ਦੀ, ਮਾੜੀ ਸੰਗਤ ਦੀ, ਹਉਮੈ ਅਹੰਕਾਰ ਦੀ, ਕਿਧਰੇ ਹਵਾ ਦਾ ਬੁੱਲਾ ਆ ਕੇ ਮੇਰੇ ਅੰਦਰੋਂ ਸਾਰਾ ਆਨੰਦ ਉਡਾ ਕੇ ਨਾ ਲੈ ਜਾ, ਮੈਨੂੰ ਡਰ ਲੱਗਦਾ ਹੈ। ਇਹ ਖਿਆਲ ਆਉਂਦਿਆਂ ਸਾਰੀ ਢਾਹਾਂ ਨਿਕਲਦੀਆਂ ਅਤੇ ਉਹ ਰੋ ਪੈਂਦਾ ਹੈ। ਇਹੀ ਕਾਰਨ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਬਚਨ ਕੀਤੇ ਹਨ, ਮੋਰ ਦੇ ਸੰਬੰਧ ਅੰਦਰ ਵੀ ਕਿਧਰੇ ਤੋਂ ਹੁੰਦਾ ਨਾ, ਮੋਰੀ ਰੁਣ ਚੁਣ ਲਾਇਆ, ਪਹਿਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ, ਤਿਨ ਲੋਭੀ ਲੋਭ ਲੁਭਾਇਆ। ਮੈਂ ਬੇਨਤੀ ਤਾਂ ਕਰ ਰਿਹਾ ਸੀ ਭਈ ਮੋਰ ਜਿਵੇਂ ਰੁਣ ਚੁਣ ਕਰਦਾ ਬੰਦਗੀ ਵਾਲਿਆਂ ਦਾ, ਅੰਦਰ ਵੀ ਉਸੇ ਤਰ੍ਹਾਂ ਗੁਰੂ ਸ਼ਬਦ ਜਪਦਾ ਰੁਣ ਚੁਣ ਕਰਦਾ ਏ, ਪਰ ਉਹ ਕਿਤਨਾ ਪਿਆਰ ਹੀ ਰੋਂਦਾ ਜੋ ਮਿਲਿਆ ਪਿਆਰਾ, ਇਹ ਕਿਧਰੇ ਵੱਖ ਨਾ ਹੋ ਜਾਵੇ। ਜਦੋਂ ਖੇਮ ਕਰਨ ਦੇ ਬਾਬਾ ਧਿੰਗਾਣਾ ਜੀ, ਜਿੱਥੇ ਹੁਣ ਉਹਨਾਂ ਦੇ ਅਸਥਾਨ ਬਣੇ ਹੋਇਆ ਏ, ਬਾਬਾ ਧਿੰਗਾਣਾ ਜੀ ਨੇ ਅਰਦਾਸ ਕੀਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਮਿਹਰ ਕਰਿਆ ਜੇ, ਮੈਂ ਉਹਨਾਂ ਚਿਰ ਜਦੋਂ ਤੁਸੀਂ ਚੋਲਾ ਬਦਲੋ, ਮੈਂ ਉਦੋਂ ਹੀ ਪ੍ਰਾਣ ਤਿਆਗ ਜਾਵਾਂ। ਬਿਲਕੁਲ ਇਸੇ ਤਰ੍ਹਾਂ ਹੋਇਆ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਦਿੱਲੀ ਚਾਂਦਨੀ ਚੌਂਕ ਵਿੱਚ ਨੇ, ਇਹਨੂੰ ਖਬਰ ਮਿਲੀ, ਇਹਨੂੰ ਹੁਕਮ ਸੀ ਨਾ ਇੱਥੇ ਹੀ ਰਹਿ ਕੇ ਭਜਨ ਬੰਦਗੀ ਕਰਨੀ ਅਤੇ ਲੋਕਾਂ ਦੀ ਸੇਵਾ ਕਰਨੀ। ਖਬਰ ਮਿਲੀ ਅਤੇ ਅੰਦਰ ਆਇਆ, ਸਤਿਗੁਰੂ ਤੁਸਾਂ ਵਾਅਦਾ ਕੀਤਾ ਸੀ, ਤੁਸੀਂ ਤੇ ਹੁਣ ਉੱਥੇ ਗ੍ਰਿਫਤਾਰ ਹੋ ਕੇ ਚੋਲਾ ਬਦਲ ਚੱਲੇ ਹੋ, ਅਤੇ ਮੇਰਾ ਕੀ ਬਣੇਗਾ। ਉਦੋਂ ਹੀ ਸੁਰਤੀ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਏ। ਕਹਿਣ ਲੱਗੇ ਤੁਸੀਂ ਤਿਆਰੀ ਕਰੋ, ਤੁਹਾਨੂੰ ਨਾਲ ਲੈ ਕੇ ਜਾਵਾਂਗੇ।
ਉਧਰੋਂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਦੀ ਸੀਸ ਉੱਪਰ ਤਲਵਾਰ ਚੱਲੀ ਸੀ। ਇੱਧਰੋਂ ਬਾਬਾ ਧੰਗਾਣਾ ਜੀ ਨੇ ਇੱਥੇ ਬੈਠਿਆਂ ਐਨ ਉਸੇ ਵਕਤ ਪ੍ਰਾਣ ਤਿਆਗ ਦਿੱਤੇ ਸੀ। ਕਾਰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਅੱਗੇ ਆਪਾਂ ਵੇਖਾਂਗੇ। ਭਾਈ ਗੁਰਦਿੱਤਾ ਜੀ ਨੇ ਵੀ ਉਸੇ ਵਕਤ ਇਹ ਕਦੇ ਮੁੱਕਣੀ ਨਹੀਂ ਸ਼ਬਦ ਕੈ ਅੰਦਰ, ਸਤਿਗੁਰਾਂ ਦਾ ਕਦੇ ਅੰਤ ਨਹੀਂ, ਅਤੇ ਜਿਹੜੇ ਜੁੜ ਜਾਂਦੇ ਉਹਨਾਂ ਦਾ ਵੀ ਅੰਤ ਨਹੀਂ, ਉਹ ਸ਼ਬਦ ਵਿੱਚ ਹੀ ਸ਼ਬਦ ਰੂਪ ਖੋ ਜਾਂਦੇ ਹਨ। ਤੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਮਹਾਰਾਜ ਇਸ ਢੰਗ ਨਾਲ ਉਹ ਬਖਸ਼ਾਂ ਕਰਦੇ ਕਰਦੇ ਤੁਰੇ ਜਾ ਰਹੇ ਹਨ। ਕਿਧਰੇ ਭਾਈ ਨਾਰੂ ਵਰਗੇ ਬਖਸ਼ਿਸ਼ ਲੈ ਰਹੇ ਹਨ, ਕਿਧਰੇ ਅੰਮ੍ਰਿਤਸਰ ਦੇ ਉਹਨਾਂ ਮਸੰਦਾਂ ਵਾਂਗੂ ਖਾਲੀ ਰਹਿ ਗਏ। ਵੱਲਾ ਗੁਰੂ ਕਾ ਗੱਲਾ ਬਣ ਗਿਆ। ਬਾਬਾ ਧੰਗਾਣਾ ਜੀ ਨੇ ਆਪ ਵੀ ਬਖਸ਼ੇ ਗਏ ਅਤੇ ਹਜ਼ਾਰਾਂ ਲੋਕਾਂ ਨੂੰ ਵੀ ਬਖਸ਼ਵਾ ਗਏ। ਇਸ ਲਈ ਆਓ ਪਿਆਰਿਓ, ਆਪਾਂ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਲਈ ਪਿਆਰ ਭਾਵਨਾ ਬਣਾਈਏ। ਇਹੋ ਜਿਹੇ ਕਰਮ ਕਰੀਏ ਸ਼ੁਭ ਚੰਗੇ, ਜਿਨ੍ਹਾਂ ਨੂੰ ਵੇਖ ਕੇ ਸਤਿਗੁਰੂ ਖੁਸ਼ ਹੋਣ ਅਤੇ ਉਹਨਾਂ ਦੀ ਖੁਸ਼ੀ ਵਿੱਚੋਂ ਸਾਨੂੰ ਉਹ ਵਰ ਮਿਲਣ ਜਿਹਦੇ ਨਾਲ ਸਾਡਾ ਵੀ ਭਲਾ ਹੋਵੇ, ਪਰਿਵਾਰਾਂ ਦਾ ਵੀ ਹੋਵੇ, ਅਤੇ ਉਹਦੀ ਬਦੌਲਤ ਅਸੀਂ ਹੋਰਨਾਂ ਕਈਆਂ ਦਾ ਵੀ ਭਲਾ ਕਰ ਸਕੀਏ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਿਹਰ ਕਰਨ। ਉਹਨਾਂ ਦੇ ਕੁਛ ਅਗਲੇਰੇ ਕੌਤਕ, ਜਿਵੇਂ ਮਾਲਵੇ ਵਿੱਚ ਜਾ ਕੇ ਸਤਿਗੁਰੂ ਜੀ ਨੇ ਚਰਨ ਪਾ ਕੇ ਧਾਰਨਾ ਕੀਤਾ, ਉਹਨਾਂ ਦੇ ਅਗਲੇ ਹਿੱਸੇ ਵਿੱਚ ਦਰਸ਼ਨ ਕਰਾਂਗੇ ਜੀ। ਭੁੱਲ ਚੁੱਕ ਦੀ ਖਿਮਾ ਕਰਨੀ। ਫਤਿਹ ਬੁਲਾਓ ਅਦਬ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਓ